to Gills Mentor online e-learning channel. So as you all know, our Punjab Patwari series is going on, and for that purpose we have started your English classes. Also, these videos will be helpful in other upcoming government exams also, like PSSSB, PPSC, and also for SBA Clerk 2020. So if you like my videos, do give me a thumbs up and don't forget to share it with your friends. Also, you can visit our website www.gillsmentortest.com for mock test, for PDFs, and for more information. So let's start today's video. So first of all, these are the answers of the previous exercise that I gave you yesterday. So the very first one, he dash in the same class for the last 3 years. He dash in the same class for the last 3 years. ਪਿਛਲੇ 3 ਸਾਲਾਂ ਤੋਂ ਉਹ ਇੱਕੋ ਕਲਾਸ ਵਿੱਚ ਪੜ੍ਹ ਰਿਹਾ ਹੈ। ਪਿਛਲੇ 3 ਸਾਲਾਂ ਤੋਂ ਮਤਲਬ ਗੱਲ ਪਾਸਟ 'ਚ ਸ਼ੁਰੂ ਹੋਈ, ਫਿਰ ਉਹ ਗੱਲ 3 ਸਾਲ ਕੰਟੀਨਿਊ ਹੋਈ ਅਤੇ ਉਹ ਅੱਜ ਵੀ ਉੱਥੇ ਹੀ ਪੜ੍ਹ ਰਿਹਾ ਹੈ। ਸੋ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਹੀ ਹੈਜ਼ ਬੀਨ ਸਟੱਡਿੰਗ। ਠੀਕ ਹੈ, ਹੈਜ਼ ਬੀਨ ਪਲਸ ਵਰਬ ਦੀ ਫਰਸਟ ਫਾਰਮ ਪਲਸ ING। Next, for the last 10 years, he dash this factory on the form ਪੜ੍ਹਨੀ ਹੈ ਇੱਥੇ ਕਿ ਪਿਛਲੇ 10 ਸਾਲਾਂ ਤੋਂ ਉਹ ਇਹ ਫੈਕਟਰੀ ਔਨ ਕਰਦਾ ਹੈ, ਉਹ ਇਸ ਫੈਕਟਰੀ ਦਾ ਮਾਲਿਕ ਹੈ। ਠੀਕ ਹੈ, ਸੋ ਔਨ ਦੇ ਨਾਲ ਆਪਾਂ ਪੜ੍ਹਿਆ ਸੀ ਕਿ ਅਸੀਂ ING ਨਹੀਂ ਲਗਾਉਂਦੇ, ਅਤੇ ਜਦੋਂ ਇਹ ਵਰਡਸ ਆ ਜਾਂਦੇ ਆ, ਇਹੋ ਜਿਹੀ ਵਰਬਸ ਆ ਜਾਂਦੀਆਂ, ਉੱਥੇ ਆਪਾਂ ਸਿੰਪਲ ਪ੍ਰੈਜ਼ੈਂਟ ਪਰਫੈਕਟ ਲਗਾ ਦਿੰਦੇ ਹਾਂ। ਠੀਕ ਹੈ, ਸੋ ਇੱਥੇ ਕੀ ਆ ਜਾਏਗਾ, ਹੀ ਹੈਜ਼ ਔਨਡ, ਹੈਜ਼ ਪਲਸ ਵਰਬ ਦੀ ਥਰਡ ਫਾਰਮ। ਨੈਕਸਟ, ਸ਼ੀ ਸਟਿਲ ਡੈਸ਼ ਫॉर 2 hours ਵੈਨ ਦੇ ਰੀਚ ਦੇਅਰ। ਹੁਣ ਇਹ ਬੜਾ ਇੰਟਰਸਟਿੰਗ ਸੀ, ਇਹਦਾ ਮਤਲਬ ਸਮਝਦੇ ਆਪਾਂ। ਸਪੋਜ਼ ਕਰੋ ਤੁਹਾਨੂੰ ਇਹ ਚੀਜ਼ ਨਾ ਦਿੱਤੀ ਹੋਏ, ਠੀਕ ਹੈ, ਪਹਿਲੇ ਅਸੀਂ ਇੰਨਾ ਹੀ ਪੜਾਂਗੇ। ਸ਼ੀ ਸਟਿਲ ਡੈਸ਼ ਫॉर 2 hours, ਕਿਉਂ ਹਲੇ ਵੀ ਸ਼ੀ ਸਟਿਲ ਡੈਸ਼ ਫॉर 2 hours, ਉਹ ਹਲੇ ਵੀ ਸੋ ਹੀ ਰਹੀ ਹੋਣੀ ਹੈ। ਠੀਕ ਹੈ, ਉਹ ਹਲੇ ਵੀ 2 ਘੰਟਿਆਂ ਤੋਂ ਸੋ ਹੀ ਰਹੀ ਹੋਣੀ ਹੈ। ਸਟਿਲ ਦਾ ਮਤਲਬ ਇਹੀ ਹੁੰਦਾ ਨਾ ਕਿ ਹਲੇ ਵੀ, ਅਤੇ ਫॉर 2 hours ਮਤਲਬ ਉਹਨੂੰ ਹੁਣ ਸੁੱਤੇ ਹੋਏ 2 ਘੰਟੇ ਹੋ ਜਾਣਗੇ। ਠੀਕ ਹੈ, ਸੋ ਸ਼ੀ ਸਟਿਲ ਡੈਸ਼ ਫॉर 2 hours, ਕਿ 2 ਘੰਟੇ ਪਹਿਲੇ ਦੀ ਉਹ ਸੋ ਰਹੀ ਹੈ ਅਤੇ ਉਹ ਹੁਣ ਵੀ ਸੋ ਰਹੀ ਹੈ, ਹੁਣ ਉਹਨੂੰ ਸੁੱਤੇ ਹੋਏ 2 ਘੰਟੇ ਹੋ ਜਾਣਗੇ ਜਿਸ ਟਾਈਮ ਤੁਸੀਂ ਗੱਲ ਕਰ ਰਹੇ ਹੋ ਪ੍ਰੈਜ਼ੈਂਟ 'ਚ। ਅਤੇ ਇੱਥੇ ਕੀ ਲੱਗਣਾ ਸੀ, ਉਦੋਂ ਇੱਥੇ ਲੱਗ ਜਾਣਾ ਸੀ ਹੈਜ਼ ਬੀਨ ਸਲੀਪਿੰਗ, ਪ੍ਰੈਜ਼ੈਂਟ ਪਰਫੈਕਟ, ਕਿਉਂਕਿ ਪਾਸਟ 'ਚ ਗੱਲ ਸ਼ੁਰੂ ਹੋਈ ਅਤੇ ਐਟ ਪ੍ਰੈਜ਼ੈਂਟ ਉਹਨੂੰ 2 ਘੰਟੇ ਹੋ ਗਏ ਸੁੱਤੇ ਹੋਏ, ਅਤੇ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਲੇਕਿਨ ਉਹਨਾਂ ਨੇ ਕੀ ਲਿਖਿਆ ਹੋਇਆ, ਸ਼ੀ ਸਟਿਲ ਡੈਸ਼ ਫॉर 2 hours ਵੈਨ ਦੇ ਰੀਚ ਦੇਅਰ, ਮਤਲਬ ਜਦੋਂ ਉਹ ਉੱਥੇ ਪਹੁੰਚਣਗੇ ਉਦੋਂ ਉਹਨੂੰ ਸੁੱਤੇ ਹੋਏ 2 ਘੰਟੇ ਹੋ ਜਾਣਗੇ। ਠੀਕ ਹੈ, ਜਿਵੇਂ ਉਹ ਪਹਿਲੇ ਘਰੋਂ ਗਏ, ਉਹ ਸੋ ਰਹੀ ਸੀ। ਠੀਕ ਹੈ, ਉਸ ਤੋਂ ਬਾਅਦ ਉਹ ਵਾਪਸ ਵੀ ਆ ਰਹੇ ਹੈ, ਅਤੇ ਜਦੋਂ ਉਹ ਘਰ ਪਹੁੰਚ ਜਾਣਗੇ ਉਦੋਂ ਉਹਨੂੰ ਸੁੱਤੇ ਹੋਏ 2 ਘੰਟੇ ਹੋ ਜਾਣਗੇ। ਮਤਲਬ ਪਾਸਟ 'ਚ ਗੱਲ ਹੋਈ, ਫਿਰ ਉਹ 2 ਘੰਟੇ ਕੰਟੀਨਿਊ ਹੋਈ, ਅਤੇ ਫਿਊਚਰ ਵਿੱਚ ਜਾ ਕੇ ਉਹ ਕੰਮ ਹਲੇ ਖ਼ਤਮ ਹੋਣਾ ਹੈ। ਇਹੀ ਮਤਲਬ ਬਣਿਆ ਨਾ ਇਹਦਾ। ਅਤੇ ਇੱਥੇ ਕੀ ਲੱਗੇਗਾ, ਫਿਊਚਰ ਪਰਫੈਕਟ ਕੰਟੀਨਿਊਸ, ਮਤਲਬ ਸ਼ੀ ਵਿਲ ਸਟਿਲ ਹੈਵ ਬੀਨ ਸਲੀਪਿੰਗ। ਠੀਕ ਹੈ, ਓਕੇ। ਨੈਕਸਟ, yesterday she dash for her lost dog since morning, ਕਿ ਕੱਲ ਉਹ ਸਵੇਰ ਤੋਂ ਲੈ ਕੇ ਮਤਲਬ ਪੂਰਾ ਦਿਨ ਉਹ ਆਪਣੇ ਡੌਗ ਨੂੰ ਸਰਚ ਕਰਦੀ ਰਹੀ ਸੀ। ਠੀਕ ਹੈ, ਅਤੇ yesterday ਲਿਖਿਆ, ਇਹਦੀ ਮਤਲਬ ਕੱਲ ਉਹਦੀ ਸਰਚ ਖਤਮ ਹੋ ਗਈ ਸੀ। ਮਤਲਬ ਐਕਸ਼ਨ ਪਾਸਟ 'ਚ ਸ਼ੁਰੂ ਹੋਇਆ, ਫਿਰ ਥੋੜ੍ਹੀ ਦੇਰ ਕੰਟੀਨਿਊ ਹੋਇਆ ਅਤੇ ਪਾਸਟ 'ਚ ਹੀ ਖਤਮ ਹੋ ਗਿਆ। ਸੋ ਪਾਸਟ ਪਰਫੈਕਟ ਕੰਟੀਨਿਊਸ, had been searching, had been plus verb the first form plus ING. Next, my aunt dash in England for 5 years when I go there, ਕਿ ਜਦੋਂ ਮੈਂ ਉੱਥੇ ਜਾਵਾਂਗਾ ਉਦੋਂ ਮੇਰੀ ਆਂਟ ਨੂੰ ਇੰਗਲੈਂਡ 'ਚ ਰਹਿੰਦੇ ਹੋਏ 5 ਸਾਲ ਹੋ ਜਾਣਗੇ। ਮਤਲਬ ਉਹ ਪਹਿਲੇ ਉੱਥੇ ਰਹਿ ਰਹੀ ਸੀ, ਫਿਰ ਉਹ 5 ਸਾਲ ਰਹਿੰਦੀ ਰਹੀ, ਅਤੇ 5 ਸਾਲ ਕਦੋਂ ਕੰਪਲੀਟ ਹੋਣਗੇ, ਜਦੋਂ ਮੈਂ ਉੱਥੇ ਪਹੁੰਚਾਂਗਾ। when I go there my aunt will have been living in England for 5 years, ਕਿ ਜਦੋਂ ਮੈਂ ਹਲੇ ਜਾਣਾ ਉੱਥੇ, ਹਲੇ ਫਿਊਚਰ ਵਿੱਚ ਕੰਮ ਖਤਮ ਹੋਏਗਾ, ਫਿਊਚਰ ਵਿੱਚ ਉਹਨਾਂ ਨੂੰ 5 ਸਾਲ ਪੂਰੇ ਹੋਣਗੇ। ਠੀਕ ਹੈ, ਜਦੋਂ ਮੈਂ ਉੱਥੇ ਪਹੁੰਚਾਂਗਾ ਮੇਰੀ ਆਂਟ ਨੂੰ ਇੰਗਲੈਂਡ ਵਿੱਚ ਰਹਿੰਦੇ ਹੋਏ 5 ਸਾਲ ਪੂਰੇ ਹੋ ਜਾਣਗੇ। ਐਕਸ਼ਨ ਪਾਸਟ ਵਿੱਚ ਖਤਮ ਹੋਇਆ,
ਫਿਰ ਥੋੜ੍ਹੀ ਦੇਰ ਚੱਲਿਆ ਤੇ ਫਿਊਚਰ ਵਿੱਚ ਜਾ ਕੇ ਹਲੇ 5 ਸਾਲ ਉਹਨੂੰ ਕੰਪਲੀਟ ਹੋਣੇ ਹੈ। ਸੋ ਇੱਥੇ ਕੀ ਲੱਗੇਗਾ, ਫਿਊਚਰ ਪਰਫੈਕਟ ਕੰਟੀਨਿਊਸ। ਸੋ ਬਹੁਤ ਅੱਛੀ ਤਰ੍ਹਾਂ ਟੈਂਸਸ ਹੋ ਚੁੱਕੇ ਹੋਏ ਹੈ, ਤੁਹਾਨੂੰ ਕੋਈ ਪ੍ਰੋਬਲਮ ਆਉਣੀ ਨਹੀਂ ਚਾਹੀਦੀ। ਫਿਰ ਵੀ ਕੋਈ ਪ੍ਰੋਬਲਮ ਹੈ ਕਿਸੇ ਵੀ ਟੈਂਸ ਵਿੱਚ, ਕਿਸੇ ਵੀ ਸੈਂਟੈਂਸ ਵਿੱਚ, ਜਸਟ ਮੈਂਸ਼ਨ ਇਨ ਦ ਕਮੈਂਟਸ, ਵੀ ਵਿਲ ਡੈਫੀਨੇਟਲੀ ਡਿਸਕਸ ਇਨ ਦ ਨੈਕਸਟ ਲੈਕਚਰ। ਓਕੇ, ਅੱਜ ਥੋੜ੍ਹੀ ਟੈਂਸਸ ਦੀ ਪ੍ਰੈਕਟਿਸ ਕਰਾਂਗੇ। ਅੱਜ ਇਹ ਵੀਡੀਓ ਕਰਨ ਤੋਂ ਬਾਅਦ ਜੇ ਤੁਸੀਂ ਹੋਰ ਟੈਂਸਸ ਦੀ ਪ੍ਰੈਕਟਿਸ ਕਰਨਾ ਚਾਹੁੰਦੇ ਹੋ, ਜੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਤਾਂ ਮੈਂ 1-2 ਐਕਸਰਸਾਈਜ਼ਸ ਹੋਰ ਲੈ ਆਵਾਂਗੀ, 1-2 ਵੀਡੀਓਜ਼ ਹੋਰ ਆਪਾਂ ਟੈਂਸਸ 'ਤੇ ਬਣਾ ਲਾਂਗੇ। ਅਦਰਵਾਈਜ਼ ਤੁਸੀਂ ਮੈਨੂੰ ਕਮੈਂਟਸ ਵਿੱਚ ਹੁਣ ਅੱਜ ਇਹ ਮੈਂਸ਼ਨ ਕਰੋਗੇ, ਮੇਰੇ ਵੱਲੋਂ ਟੈਂਸਸ ਅੱਜ ਡਨ ਹੈ। ਅਗਰ ਤੁਸੀਂ ਹੋਰ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਤਾਂ ਆਪਾਂ ਉਹ ਕਰ ਲਵਾਂਗੇ। ਜੇ ਤੁਸੀਂ ਨੈਕਸਟ ਟੌਪਿਕ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕਿਹੜਾ ਟੌਪਿਕ ਪੜ੍ਹਨਾ ਚਾਹੋਗੇ। ਅਕੋਰਡਿੰਗ ਟੂ ਮੀ ਆਈ ਥਿੰਕ ਵੌਇਸ ਸਹੀ ਰਹੇਗਾ, ਕਿਉਂਕਿ ਤੁਸੀਂ ਟੈਂਸਸ ਹੁਣੇ ਪੜ੍ਹੇ ਹੋਏ ਹੈ ਅਤੇ ਵੌਇਸ ਵਿੱਚ ਸਾਰਾ ਕੰਮ ਹੀ ਟੈਂਸਸ ਦਾ ਹੈ। ਸੋ ਆਈ ਥਿੰਕ ਉਹ ਤੁਹਾਨੂੰ ਜ਼ਿਆਦਾ ਬੈਟਰ ਰਹੇਗਾ। ਬਾਕੀ ਫਿਰ ਵੀ ਤੁਹਾਨੂੰ ਅਗਰ ਕਿਸੇ ਹੋਰ ਚੈਪਟਰ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਉਹ ਕਰ ਸਕਦੇ ਹੋ। ਠੀਕ ਹੈ, ਓਕੇ, ਤੁਸੀਂ ਮੈਂਸ਼ਨ ਕਰ ਦੇਣਾ ਕਮੈਂਟਸ ਵਿੱਚ। ਫਿਲ ਇਨ ਦ ਬਲੈਂਕਸ ਵਿਦ ਦ ਕਰੈਕਟ ਫਾਰਮ ਆਫ ਵਰਬਸ। ਇਫ ਆਈ ਡੈਸ਼ ਅ ਗੁੱਡ ਜੋਬ, ਅਗਰ ਮੈਨੂੰ ਇੱਕ ਅੱਛੀ ਜੋਬ ਮਿਲ ਜਾਂਦੀ ਹੈ, ਆਈ ਵਿਲ ਮੂਵ ਟੂ ਮੈਡਰਿਡ, ਮੈਂ ਮੈਡਰਿਡ ਚਲਾ ਜਾਵਾਂਗਾ। ਹੁਣ ਇੱਥੇ ਜਦੋਂ ਮੈਂ ਹਿੰਦੀ 'ਚ ਬੋਲ ਰਹੀ ਹਾਂ, ਸਾਡੇ ਅਕੋਰਡਿੰਗ ਇੱਥੇ ਆਈ ਵਿਲ ਫਾਈਂਡ ਆਉਣਾ ਚਾਹੀਦਾ ਹੈ ਨਾ, ਕਿਉਂਕਿ ਮੈਂ ਕਹਿ ਰਹੀ ਹਾਂ ਕਿ ਜੇ ਮੈਨੂੰ ਅੱਛੀ ਜੋਬ ਮਿਲ ਜਾਂਦੀ ਹੈ, ਇਹੀ ਇਹਦਾ ਸੈਂਟੈਂਸ ਦਾ ਮਤਲਬ ਬਣਿਆ ਨਾ। ਲੇਕਿਨ ਆਪਾਂ ਇੱਕ ਰੂਲ ਪੜ੍ਹਿਆ ਸੀ ਕਿ ਕਦੀ ਵੀ ਇੱਕ ਸੈਂਟੈਂਸ ਵਿੱਚ ਫਿਊਚਰ ਵਰਬਸ ਦੀ ਦੋਨੋਂ ਫਾਰਮਸ ਨਹੀਂ ਲੱਗਣਗੀਆਂ। ਇਹ ਸੈਂਟੈਂਸ ਗਲਤ ਹੈ। ਇਫ ਆਈ ਵਿਲ ਫਾਈਂਡ ਅ ਜੋਬ, ਆਈ ਵਿਲ ਮੂਵ ਟੂ ਮੈਡਰਿਡ, ਨੋ। ਇਹਦੇ ਨਾਲ ਦਾ ਸੈਂਟੈਂਸ ਮੈਂ ਤੁਹਾਨੂੰ ਕਰਾਇਆ ਸੀ ਲਾਸਟ ਐਕਸਰਸਾਈਜ਼ ਵਿੱਚ। ਹਾਂ, ਇਫ ਆਈ ਵਿਲ ਵਰਕ ਹਾਰਡ, ਆਈ ਵਿਲ ਸਕਸੀਡ। ਸੁਣਨ ਨੂੰ ਇਹ ਬਿਲਕੁਲ ਠੀਕ ਲੱਗ ਰਿਹਾ, ਬਟ ਇਹ ਗ੍ਰਾਮੈਟੀਕਲੀ ਰੋਂਗ ਹੈ। ਇਹ ਕਿਵੇਂ ਆਏਗਾ, ਇਫ ਆਈ ਵਰਕ ਹਾਰਡ, ਆਈ ਵਿਲ ਸਕਸੀਡ। ਵਿਲ ਸਿਰਫ ਇੱਕੋ ਵਾਰੀ ਲੱਗੇਗਾ ਇੱਕ ਸੈਂਟੈਂਸ ਵਿੱਚ। ਠੀਕ ਹੈ, ਸੋ ਇੱਥੇ ਵੀ ਸੇਮ ਕੇਸ ਹੈ। ਇਫ ਆਈ ਫਾਈਂਡ ਗੁੱਡ ਜੋਬ, ਫਾਈਂਡ ਆਏਗਾ ਕਿ ਫਾਈਂਡਸ ਆਏਗਾ, ਫਾਈਂਡ ਆਏਗਾ, ਬਿਕਾਜ਼ ਆਈ ਹੈ। ਆਈ ਦੇ ਨਾਲ ਕਦੇ ਵੀ ਆਪਾਂ ਐਸ ਜਾਂ ਈ ਐਸ ਨਹੀਂ ਲਗਾਉਂਦੇ। ਓਕੇ, ਸੋ ਨੈਕਸਟ, ਹੀ ਮੈਟ ਹਿਜ਼ ਵਾਈਫ। ਇਹ ਵਰਬ ਦੀ ਸੈਕਿੰਡ ਫਾਰਮ ਲੱਗੀ ਹੋਈ ਹੈ, ਮੀਟ, ਮੈਟ, ਮੈਟ। ਹੀ ਮੈਟ ਹਿਜ਼ ਵਾਈਫ ਵੈਨ ਹੀ ਡੈਸ਼ ਇਨ ਬਰੂਸਲਸ। ਦੇਖੋ, ਸਭ ਤੋਂ ਪਹਿਲੇ ਤਾਂ ਵਰਬ ਦੀ ਸੈਕਿੰਡ ਫਾਰਮ ਹੈ, ਇਹਦਾ ਮਤਲਬ ਸੈਂਟੈਂਸ ਪਾਸਟ ਵਿੱਚ ਚੱਲ ਰਿਹਾ, ਪਾਸਟ ਦੀ ਗੱਲ ਕਰ ਰਿਹਾ ਹੈ ਕਿ ਜਦੋਂ ਮੈਂ ਉਹ ਆਪਣੀ ਵਾਈਫ ਨੂੰ ਉਦੋਂ ਮਿਲਿਆ ਸੀ, ਵੈਨ ਹੀ ਡੈਸ਼ ਇਨ ਬਰੂਸਲਸ, ਜਦੋਂ ਉਹ ਬਰੂਸਲਸ ਵਿੱਚ ਕੰਮ ਕਰ ਰਿਹਾ ਸੀ। ਰਿਹਾ ਸੀ ਜਦੋਂ ਆ ਜਾਂਦਾ, ਉਦੋਂ ਆਪਾਂ ਕੀ ਲਗਾਉਂਦੇ ਹਾਂ, ਪਾਸਟ ਕੰਟੀਨਿਊਸ ਟੈਂਸ। ਠੀਕ ਹੈ, ਇੱਥੋਂ ਤੁਹਾਨੂੰ ਹਿੰਟ ਹੋ ਗਿਆ ਕਿ ਅਗਰ ਵਰਬ ਦੀ ਸੈਕਿੰਡ ਫਾਰਮ ਹੈ, ਇਹਦਾ ਮਤਲਬ ਪੂਰਾ ਸੈਂਟੈਂਸ ਹੀ ਪਾਸਟ ਵਿੱਚ ਚੱਲੇਗਾ। ਠੀਕ ਹੈ, ਸੋ ਇੱਥੇ ਕੀ ਆਏਗਾ, ਵੈਨ ਹੀ was working। ਈਜ਼ੀ ਸੀ ਹੈ। ਓਕੇ, ਨੈਕਸਟ, ਯੂ ਕੈਨ ਟਰਨ ਆਫ ਦ ਰੇਡੀਓ। ਤੁਸੀਂ ਰੇਡੀਓ ਨੂੰ ਆਫ ਕਰ ਸਕਦੇ ਹੋ। ਆਈ ਡੈਸ਼ ਨਾਟ ਲਿਸਨ ਟੂ ਇਟ, ਤੁਸੀਂ ਨਾਟ ਲਿਸਨ ਦੀ ਫਾਰਮ ਭਰਨੀ ਹੈ। ਤੁਸੀਂ ਇੱਦਾਂ ਕਹੋਗੇ ਨਾ, ਯੂ ਕੈਨ ਟਰਨ ਆਫ ਦ ਰੇਡੀਓ, ਤੁਸੀਂ ਰੇਡੀਓ ਬੰਦ ਕਰ ਸਕਦੇ ਹੋ, ਮੈਂ ਉਹਨੂੰ ਨਹੀਂ ਸੁਣ ਰਿਹਾ ਹਾਂ, ਰਿਹਾ ਹਾਂ। ਠੀਕ ਹੈ, ਰਿਹਾ ਹਾਂ ਦਾ ਮਤਲਬ ਪ੍ਰੈਜ਼ੈਂਟ ਕੰਟੀਨਿਊਸ। ਠੀਕ ਹੈ, ਸੋ ਕੀ ਆ ਜਾਏਗਾ, ਆਈ ਐਮ not listening to it। ਠੀਕ ਹੈ, ਪ੍ਰੈਜ਼ੈਂਟ ਕੰਟੀਨਿਊਸ ਟੈਂਸ। ਇਹਨਾਂ ਦੇ ਆਂਸਰਸ ਦਿੱਤੇ ਹੋਏ ਹੈ ਮੈਂ ਨੈਕਸਟ ਸ਼ੀਟ 'ਤੇ। ਓਕੇ, ਸੋ ਨੈਕਸਟ ਕੁਐਸਚਨ, ਦਿਸ ਐਕਸਰਸਾਈਜ਼ ਇਜ਼ ਡਿਫਿਕਲਟ। ਇਹ ਐਕਸਰਸਾਈਜ਼ ਥੋੜ੍ਹੀ ਡਿਫਿਕਲਟ ਹੈ। ਆਈ ਡੈਸ਼ ਯੂ ਟੂ ਡੂ ਇਟ, ਹੈਲਪ ਦੀ ਫਾਰਮ ਪੜ੍ਹਨੀ ਹੈ ਇੱਥੇ। ਇਹ ਐਕਸਰਸਾਈਜ਼ ਥੋੜ੍ਹੀ ਡਿਫਿਕਲਟ ਹੈ, ਇਹਨੂੰ ਕਰਨ ਵਿੱਚ, ਡੂ ਲਿਖਿਆ ਨਾ, ਇਹਨੂੰ ਕਰਨ ਵਿੱਚ ਮੈਂ ਤੁਹਾਡੀ ਹੈਲਪ ਕਰਾਂਗਾ, ਕਰਾਂਗਾ। ਆਈ ਵਿਲ ਹੈਲਪ, future tense, simple future, I will help you to do it। Next, John dash to Suzanne a minute ago। John ਨੇ ਸੁਜ਼ੈਨ ਨਾਲ 1 ਮਿੰਟ ਪਹਿਲਾਂ ਗੱਲ ਕੀਤੀ। simple past। okay, so John, speak ਦੀ ਸੈਕਿੰਡ ਫਾਰਮ ਕੀ ਹੁੰਦੀ ਹੈ, ਸੈਕਿੰਡ ਵਰਬ ਦੀ ਫਾਰਮ, speak, spoke, spoken। तो ਇੱਥੇ ਕੀ ਆਏਗਾ, John spoke to Suzanne a minute ago। ठीक है, okay, next, the sun dash when the climber reached the Mount Everest। कि sun shine ਦੀ ਫਾਰਮ ਪੜ੍ਹਨੀ ਹੈ। sun shine ਕਰ ਰਿਹਾ ਸੀ ਜਦੋਂ ਜਿਹੜਾ ਕਲਾਈਂਬਰ ਹੈ ਉਹ ਮਾਊਂਟ ਐਵਰੈਸਟ 'ਤੇ ਪਹੁੰਚਿਆ ਸੀ। ਰੀਚਡ ਵਰਬ ਦੀ ਸੈਕਿੰਡ ਫਾਰਮ, ਇੱਥੋਂ ਪਤਾ ਚੱਲ ਰਿਹਾ ਕਿ ਇੱਥੇ ਵੀ ਪਾਸਟ ਦੀ ਹੀ ਫਾਰਮ ਲੱਗੇਗੀ। ਠੀਕ ਹੈ,
ਤਾਂ ਕੀ ਆਏਗਾ सन शाइन कर ਰਿਹਾ ਸੀ ਤਾਂ was shining। ਓਕੇ, ਪਾਸਟ ਕੰਟੀਨਿਊਸ ਟੈਂਸ। ਨੈਕਸਟ ਇਹਨਾਂ ਦੇ ਆਂਸਰਸ ਲਿਖੇ ਹੈ। ਨੈਕਸਟ, ਮਾਈ ਫਾਦਰ ਡੈਸ਼ ਟੂ ਦ ਬੈਂਕ, ਹੀ ਵਿਲ ਬੀ ਬੈਕ ਸੂਨ। ਮੇਰੇ ਫਾਦਰ ਹੁਣੇ ਹੀ ਬੈਂਕ ਗਏ ਹੈ, ਉਹ ਜਲਦੀ ਹੀ ਵਾਪਿਸ ਆ ਜਾਣਗੇ। ਅਤੇ ਆਪਾਂ ਕੀ ਪੜ੍ਹਿਆ ਸੀ, ਜਿਹੜਾ ਕੰਮ ਹੁਣੇ ਥੋੜ੍ਹੀ ਦੇਰ ਪਹਿਲੇ ਖ਼ਤਮ ਹੋਇਆ ਹੈ ਉੱਥੇ ਆਪਾਂ ਕੀ ਯੂਜ਼ ਕਰਦੇ ਹਾਂ, ਪ੍ਰੈਜ਼ੈਂਟ ਪਰਫੈਕਟ ਟੈਂਸ। ਮਾਈ ਫਾਦਰ ਹੈਜ਼ ਗੋਨ ਟੂ ਦ ਬੈਂਕ, ਹੀ ਵਿਲ ਬੀ ਬੈਕ ਸੂਨ। ਉਹ ਹੁਣੇ ਹੀ ਬੈਂਕ ਗਏ ਹੈ, ਉਹ ਜਲਦੀ ਹੀ ਆ ਜਾਣਗੇ। ਓਕੇ, ਨੈਕਸਟ, ਦੇ ਡੈਸ਼ ਅਬਾਊਟ ਮੀ ਵੈਨ ਆਈ ਇੰਟਰਪਟਡ ਦੇਅਰ ਕਨਵਰਸੇਸ਼ਨ। ਟਾਕ ਦੀ ਫੋਰਮ ਪੜ੍ਹਨੀ ਹੈ। ਉਹ ਮੇਰੇ ਹੀ ਬਾਰੇ 'ਚ ਗੱਲ ਕਰ ਰਹੇ ਸੀ ਜਦੋਂ ਮੈਂ ਉਹਨਾਂ ਦੀ ਗੱਲ ਵਿੱਚ ਇੰਟਰਪਟ ਕੀਤਾ ਜਾਂ ਰੁਕਾਵਟ ਕੀਤੀ। ਠੀਕ ਹੈ, ਸੋ ਦੇ ਤਾਂ ਕੀ ਆਏਗਾ, ਵਾਜ਼ ਕਿ ਵਰ। ਉਹ ਮੇਰੇ ਹੀ ਬਾਰੇ 'ਚ ਗੱਲ ਕਰ ਰਹੇ ਸੀ ਪਾਸਟ ਕੰਟੀਨਿਊਸ। ਦੇ ਵਰ ਟਾਕਿੰਗ। ਓਕੇ, ਨੈਕਸਟ, ਇਟ ਡੈਸ਼ ਵੈਨ ਵੀ ਡੈਸ਼ ਦ ਲਾਇਬ੍ਰੇਰੀ। ਸਨੋ ਅਤੇ ਲੀਵ ਦੀ ਫੋਰਮ ਪੜ੍ਹਨੀ ਹੈ। ਸੋ ਇੱਥੇ ਕੀ ਆਏਗਾ, ਜਦੋਂ ਆਪਾਂ ਲਾਇਬ੍ਰੇਰੀ ਤੋਂ ਨਿਕਲੇ ਸੀ ਸਨੋ ਹੋ ਰਹੀ ਸੀ। ਠੀਕ ਹੈ, ਰਹੀ ਸੀ, ਸਨੋ ਹੋ ਰਹੀ ਸੀ ਮਤਲਬ ਪਾਸਟ ਕੰਟੀਨਿਊਸ ਟੈਂਸ। ਅਤੇ ਕੀ ਆਏਗਾ, ਇਟ ਵਾਜ਼ ਸਨੋਇੰਗ। ਜਿਵੇਂ ਹੁੰਦਾ ਨਾ, ਇਟ ਵਾਜ਼ ਰੇਨਿੰਗ, ਐਵੇਂ ਇਟ ਵਾਜ਼ ਸਨੋਇੰਗ ਵੈਨ ਵੀ ਲੈਫਟ ਵਰਬ ਦੀ ਸੈਕਿੰਡ ਫੋਰਮ। ਇਟ ਵਾਜ਼ ਸਨੋਇੰਗ ਵੈਨ ਵੀ ਲੈਫਟ ਦ ਲਾਇਬ੍ਰੇਰੀ। ਜਦੋਂ ਆਪਾਂ ਲਾਇਬ੍ਰੇਰੀ ਤੋਂ ਨਿਕਲੇ ਸੀ ਸਨੋ ਹੋ ਰਹੀ ਸੀ। ਓਕੇ, I hope it is clear. These are the answers. Okay, next. I usually dash to the news in the car. मैं ज़्यादातर ਕਾਰ ਵਿੱਚ ਹੀ ਨਿਊਜ਼ ਸੁਣਦਾ ਹਾਂ। ਸਿੰਪਲ ਪ੍ਰੈਜ਼ੈਂਟ, ਨਾਲੇ ਯੂਜੂਲੀ ਆ ਗਿਆ, ਤੁਹਾਡੀ ਹੈਬਿਟ ਡਿਨੋਟ ਕਰ ਰਿਹਾ। ਠੀਕ ਹੈ, ਸੋ ਇੱਥੇ ਕੀ ਆ ਜਾਏਗਾ, ਆਈ ਲਿਸਨਸ ਨਹੀਂ ਆਏਗਾ ਬਿਕੋਜ਼ ਆਈ ਸਬਜੈਕਟ ਹੈ। ਆਈ ਦੇ ਨਾਲ ਐਸ ਜਾਂ ਈਐਸ ਨਹੀਂ ਲੱਗਦਾ। ਓਕੇ, ਨੈਕਸਟ, ਮਾਈ ਕਜ਼ਨ ਇਜ਼ ਅ ਰਾਈਟਰ। ਮੇਰਾ ਕਜ਼ਨ ਇੱਕ ਲੇਖਕ ਹੈ, ਇੱਕ ਰਾਈਟਰ ਹੈ। ਹੀ ਡੈਸ਼ 3 novels। ਉਹ ਹੁਣ ਤੱਕ 3 novels ਲਿਖ ਚੁੱਕਾ ਹੈ। ਪ੍ਰੈਜ਼ੈਂਟ ਦੀ ਗੱਲ ਹੋ ਰਹੀ ਹੈ, ਪ੍ਰੈਜ਼ੈਂਟ ਪਰਫੈਕਟ, ਜਿਹੜਾ ਕੰਮ ਹੁਣੇ ਖਤਮ ਹੋਇਆ ਹੈ, ਉਹ 3 novels ਲਿਖ ਚੁੱਕਾ ਹੈ। ਠੀਕ ਹੈ, ਹੀ ਹੈਜ਼ ਰਿਟਨ। ਓਕੇ, ਹੈਜ਼ ਪਲਸ ਵਰਬ ਦੀ ਥਰਡ ਫੋਰਮ, ਰਾਈਟ, ਰੋਟ, ਰਿਟਨ। ਠੀਕ ਹੈ, ਵਰਬ ਦੀ ਥਰਡ ਫੋਰਮ। ਨੈਕਸਟ, ਬੀ ਕੇਅਰਫੁਲ ਦ ਬੇਬੀ ਡੈਸ਼ ਦੋਜ਼ ਕੀਜ਼ ਇਨ ਹਿਜ਼ ਮਾਊਥ। ਥੋੜ੍ਹਾ ਧਿਆਨ ਦਿਓ, ਤੁਹਾਡਾ ਬੇਬੀ ਮਾਊਥ ਵਿੱਚ ਕੀਜ਼ ਪਾ ਰਿਹਾ ਹੈ। ਪ੍ਰੈਜ਼ੈਂਟ ਕੰਟੀਨਿਊਸ। ਦ ਬੇਬੀ ਇਜ਼ ਪੁਟਿੰਗ। ਤੁਹਾਨੂੰ ਇੱਕ ਮੈਨੂੰ ਇਹ ਦੱਸਣਾ, ਪੁੱਟ ਦੀ ਉਹ ਕੀ ਹੁੰਦੀ ਹੈ, ਵਰਬ ਦੀ 3 ਫੋਰਮਸ ਕੀ ਹੁੰਦੀਆਂ, ਤੁਸੀਂ ਮੈਨੂੰ ਕਮੈਂਟਸ ਵਿੱਚ ਕਰੋਗੇ। ਠੀਕ ਹੈ, ਪੁੱਟ ਦੇ ਅੱਗੇ ਜਿਵੇਂ ਰਾਈਟ, ਰੋਟ, ਰਿਟਨ ਹੈ। ਠੀਕ ਹੈ, ਜਾਂ ਟਾਕਡ ਹੈ। ਇੱਦਾਂ ਹੀ ਪੁੱਟ ਦੀ 3 ਫੋਰਮਸ ਕੀ ਨੇ, ਰਾਈਟ ਇਨ ਦਾ ਕਮੈਂਟ ਸੈਕਸ਼ਨ। ਓਕੇ, ਨੈਕਸਟ, ਸੋ ਇਹ ਹੁਣ ਇੱਕ ਪੈਰਾਗ੍ਰਾਫ ਹੈ। ਇਹਦੇ 'ਚ ਇਹ ਨਹੀਂ ਹੈ ਕਿ ਤੁਸੀਂ ਸੈਂਟੈਂਸ ਦਾ ਮੀਨਿੰਗ ਸਮਝਣਾ ਕਿ ਜਿਹੜੀ ਗੱਲ ਹੈ ਉਹ ਪ੍ਰੈਜ਼ੈਂਟ ਵਿੱਚ ਚੱਲ ਰਹੀ ਹੈ ਕਿ ਪਾਸਟ ਵਿੱਚ ਚੱਲ ਰਹੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਪੈਰਾਗ੍ਰਾਫ ਅਗਰ ਪ੍ਰੈਜ਼ੈਂਟ ਤੋਂ ਸ਼ੁਰੂ ਹੋਇਆ ਤਾਂ ਪੂਰੇ ਪੈਰਾਗ੍ਰਾਫ ਵਿੱਚ ਹੀ ਪ੍ਰੈਜ਼ੈਂਟ ਟੈਂਸ ਲੱਗੇਗਾ। ਠੀਕ ਹੈ, ਅਸੀਂ ਸੈਂਟੈਂਸ ਦਾ ਇੱਥੇ ਮੀਨਿੰਗ ਪੜ੍ਹਾਂਗੇ, ਉਹਦੇ ਅਕੋਰਡਿੰਗ ਆਪਾਂ ਵਰਬਸ ਅਪਲਾਈ ਕਰਾਂਗੇ। ਠੀਕ ਹੈ, ਸੋ ਲੈਟਸ ਡੂ ਇਟ। ਹਰਬੀ ਲਵਸ ਟ੍ਰੇਨਸ। ਹਰਬੀ ਇੱਕ ਕਿਸੇ ਦਾ ਨਾਮ ਹੈ, ਕਿਸੇ ਬॉय ਦਾ ਨੇਮ ਹੈ। ਉਹਨੂੰ ਟ੍ਰੇਨਸ ਬਹੁਤ ਪਸੰਦ ਹੈ। ਠੀਕ ਹੈ, ਇੱਕ ਬੱਚਾ ਹੈ, ਇੱਕ ਕਿਡ ਹੈ ਉਹ। ਹਰਬੀ ਲਵਸ ਟ੍ਰੇਨਸ। ਠੀਕ ਹੈ, ਲਵਸ ਆਏਗਾ ਨਾ, ਸਿੰਪਲ, ਉਹਨੂੰ ਟ੍ਰੇਨਸ ਪਸੰਦ ਹੈ ਸਿੰਪਲ ਪ੍ਰੈਜ਼ੈਂਟ। ਅਤੇ ਇੱਕ ਸਿੰਗੂਲਰ ਵਰਬ ਹੈ ਤਾਂ ਵਰਬ ਦੀ ਫਰਸਟ ਫੋਰਮ ਪਲੱਸ ਐਸ। ਹੀ ਫਸਟ ਡੈਸ਼ ਅ ਟ੍ਰੇਨ ਵੈਨ ਹੀ ਵਾਜ਼ 5 years old। ਉਹਨੇ ਪਹਿਲੀ ਵਾਰ ਟ੍ਰੇਨ ਉਦੋਂ ਦੇਖੀ ਸੀ ਜਦੋਂ 5 ਸਾਲ ਦਾ ਸੀ। ਗੱਲ ਪਾਸਟ ਵਿੱਚ ਚਲੀ ਗਈ। ਉਹਨੇ ਪਹਿਲੀ ਵਾਰ ਟ੍ਰੇਨ ਕਦੋਂ ਦੇਖੀ ਸੀ, ਜਦੋਂ 5 ਸਾਲਾਂ ਦਾ ਸੀ। ਤਾਂ ਕੀ ਆਏਗਾ ਇੱਥੇ, ਸਿੰਪਲ ਪਾਸਟ, saw, seen। ਠੀਕ ਹੈ, ਹੀ ਫਸਟ saw a train when he was 5
years old and he dash absolutely fascinated कि वो बहुत हैरान होया, बहुत खुश होया देख के कि भी है की चीज़ है ना। एंड ही वॉज, देखो सॉ हो गया ना, तो ਇਹਦਾ ਮਤਲਬ ਇਹ ਪੂਰਾ ਸੈਂਟੈਂਸ ਜਿਹੜਾ ਹੈ ਇੱਥੋਂ ਤੱਕ ਮਤਲਬ ਪਾਸਟ ਦੀ ਹੀ ਗੱਲ ਹੋ ਰਹੀ ਹੈ। ਸੋ ਕੀ ਆਏਗਾ, ਐਂਡ ਹੀ was absolutely fascinated। ਦੇਖੋ ਜਿੱਥੇ ਬੀ ਦੀ ਫਾਰਮ ਲਿਖੀ ਹੁੰਦੀ ਹੈ ਨਾ ਪੜ੍ਹਨੀ, ਉੱਥੇ ਤੁਸੀਂ was were is am are ਇਹ ਸਭ ਬੀ ਦੀ ਫਾਰਮਸ ਨੇ, ਠੀਕ ਹੈ। ਹੁਣ ਤੁਸੀਂ ਦੇਖਣਾ ਕਿ ਉੱਥੇ ਬੀ ਦੀ ਕਿਹੜੀ ਫਾਰਮ ਲੱਗ ਰਹੀ ਹੈ, ਠੀਕ ਹੈ। ਓਕੇ ਨੈਕਸਟ, he dashed to a different train station every week and dash down the engine number of every train he sees। ਫਿਰ ਦੁਬਾਰਾ ਗੱਲ ਪ੍ਰੈਜ਼ੈਂਟ ਵਿੱਚ ਆ ਗਈ। ਸੀਜ਼ ਲਿਖਿਆ ਨਾ, ਸੌ ਤਾਂ ਨਹੀਂ ਲਿਖਿਆ। ਅਗਰ ਸੌ ਲਿਖਿਆ ਹੁੰਦਾ ਤਾਂ ਆਪਾਂ ਕਹਿਣਾ ਸੀ ਕਿ ਗੱਲ ਪਾਸਟ ਵਿੱਚ ਚੱਲ ਰਹੀ ਹੈ। ਹੁਣ ਸੀਜ਼ ਲਿਖਿਆ ਅਤੇ ਇਹਦਾ ਮਤਲਬ ਕੀ ਹੋਇਆ ਕਿ ਫਿਰ ਉਹ ਪ੍ਰੈਜ਼ੈਂਟ ਵਿੱਚ ਗੱਲ ਕਰ ਰਹੇ ਹੈ। ਅਤੇ ਉਹ ਕੀ ਕਹਿ ਰਹੇ ਹੈ, ਹੀ ਡੈਸ਼ ਟੂ ਅ ਡਿਫਰੈਂਟ ਰੇਲ ਸਟੇਸ਼ਨ ਐਵਰੀ ਵੀਕ, ਕਿ ਉਹ ਹਰ ਹਫਤੇ ਅਲੱਗ ਅਲੱਗ ਸਟੇਸ਼ਨ 'ਤੇ ਜਾਂਦਾ, ਉਹ ਹਰ ਹਫਤੇ ਅਲੱਗ-ਅਲੱਗ ਸਟੇਸ਼ਨ 'ਤੇ ਜਾਂਦਾ ਹੈ। ਐਂਡ ਰਾਈਟ ਡਾਊਨ ਦਾ ਇੰਜਨ ਨੰਬਰ ਆਫ ਐਵਰੀ ਟ੍ਰੇਨ ਹੀ ਸੀਜ਼, ਅਤੇ ਹਰ ਜਿੰਨੀ ਵੀ ਟ੍ਰੇਨਸ ਉਹਨੂੰ ਦਿਖਦੀ ਹੈ ਉਹਨਾਂ ਦਾ ਇੰਜਨ ਨੰਬਰ ਲਿਖ ਕੇ ਲਿਆਂਦਾ ਹੈ, ਠੀਕ ਹੈ। ਗੱਲ ਪ੍ਰੈਜ਼ੈਂਟ 'ਚ ਹੋ ਰਹੀ ਹੈ। ਇਹ ਸਾਨੂੰ ਕਿੱਥੋਂ ਪਤਾ ਚੱਲਿਆ, ਇਹ ਸੀਜ਼ ਤੋਂ, ਕਿ ਗੱਲ ਪ੍ਰੈਜ਼ੈਂਟ 'ਚ ਹੋ ਰਹੀ ਹੈ। ਜੇ ਇੱਥੇ ਸੌ ਜਾਂ ਸੀਨ ਕੋਈ ਵੀ ਵਰਬ ਦੀ ਪੁਰਾਣੀ ਫਾਰਮ ਪਾਸਟ ਫਾਰਮ ਲੱਗੀ ਹੁੰਦੀ, ਫਿਰ ਆਪਾਂ ਸੋਚਣਾ ਸੀ ਕਿ ਹਾਂ ਗੱਲ ਪਾਸਟ 'ਚ ਹੋ ਰਹੀ ਹੈ। ਸੀਜ਼ ਹੈ ਅਤੇ ਅਸੀਂ ਹੈ ਹੀ ਲਗਾ ਕੇ ਚੱਲਣਾ ਹੈ, ਪ੍ਰੈਜ਼ੈਂਟ 'ਚ ਚੱਲਣਾ ਹੈ, ਠੀਕ ਹੈ। ਸੋ ਹੁਣ ਪ੍ਰੈਜ਼ੈਂਟ ਟੈਂਸ ਲਗਾਓ ਜ਼ਰਾ ਇਹਦੇ ਵਿੱਚ। ਹੀ ਡੈਸ਼ ਟੂ ਅ ਡਿਫਰੈਂਟ ਸਟੇਸ਼ਨ ਐਵਰੀ ਵੀਕ, ਉਹਦੀ ਰੂਟੀਨ ਹੈ ਤਾਂ ਸਿੰਪਲ ਪ੍ਰੈਜ਼ੈਂਟ ਟੈਂਸ। ਹੀ ਗੋਜ਼ ਟੂ ਅ ਡਿਫਰੈਂਟ ਟ੍ਰੇਨ ਸਟੇਸ਼ਨ ਐਵਰੀ ਵੀਕ ਐਂਡ ਰਾਈਟਸ ਡਾਊਨ ਦਾ ਇੰਜਨ ਨੰਬਰ ਆਫ ਐਵਰੀ ਟ੍ਰੇਨ ਹੀ ਸੀਜ਼, ਕਿ ਉਹ ਹਰ ਹਫਤੇ ਅਲੱਗ-ਅਲੱਗ ਸਟੇਸ਼ਨ 'ਤੇ ਜਾਂਦਾ ਹੈ ਅਤੇ ਇੰਜਨ ਨੰਬਰ ਲਿਖ ਕੇ ਲਿਆਂਦਾ ਹੈ, ਸਿੰਪਲ ਪ੍ਰੈਜ਼ੈਂਟ, ਠੀਕ ਹੈ। ਬਸ ਸਿੰਪਲ ਵਰਬ ਦੀ ਫਰਸਟ ਫਾਰਮ ਪਲੱਸ ਐਸ ਜਾਂ ਈ ਐਸ ਜੋ ਵੀ ਆਏਗਾ। ਓਕੇ ਸੋ ਨੈਕਸਟ, ਅੱਗੇ ਇਹੀ ਸਟੋਰੀ ਕੰਟੀਨਿਊ ਹੈ। ਹੀ ਡੈਸ਼ ਦਿਸ ਸਿੰਸ ਹੀ ਵਾਜ਼ 7, ਉਹਦਾ ਇਹ ਇੰਜਨ ਨੰਬਰ ਜਿਹੜੀ ਹੈ ਲਿਖਣ ਦੀ ਉਹਦੀ ਹੈਬਿਟ ਹੈ, ਉਹ ਕਦੋਂ ਦੀ ਕਰ ਰਿਹਾ ਸੀ, ਜਦ ਉਹ 7 ਸਾਲਾਂ ਦਾ ਸੀ। 5 ਸਾਲਾਂ ਵਿੱਚ ਉਹਨੇ ਟ੍ਰੇਨ ਪਹਿਲੀ ਵਾਰ ਦੇਖੀ ਅਤੇ 7 ਸਾਲਾਂ ਵਿੱਚ ਉਹਨੇ ਕੀ ਕਰਨਾ ਸ਼ੁਰੂ ਕਰ ਦਿੱਤਾ, ਉਹ ਇੰਨਾ ਖੁਸ਼ ਹੋਇਆ, ਇੰਨਾ ਉਹ ਐਕਸਾਈਟਿਡ ਹੋਇਆ ਉਹ ਚੀਜ਼ਾਂ ਨੂੰ ਦੇਖ ਕੇ, ਕਿ ਉਹ ਹਰ ਹਫਤੇ ਸਟੇਸ਼ਨ 'ਤੇ ਜਾਂਦਾ ਸੀ ਅਤੇ ਇੰਜਨ ਨੰਬਰ ਨੋਟ ਕਰਕੇ ਲਿਆਂਦਾ ਸੀ, ਠੀਕ ਹੈ। ਸੋ ਇਹ ਇੰਜਨ ਨੰਬਰ ਲਿਖਣ ਵਾਲੀ ਗੱਲ ਉਹ ਕਦੋਂ ਦੀ ਕਰ ਰਿਹਾ, ਜਦ ਦਾ ਉਹ ਵਾਜ਼ ਆ ਗਿਆ ਨਾ, ਫਿਰ ਪਾਸਟ ਵਿੱਚ ਦੇਖੋ ਹੁਣ ਹੈ। ਹੀ ਵਾਜ਼ 7, ਜਦ ਦਾ ਉਹ 7 ਸਾਲਾਂ ਦਾ ਸੀ। ਹੀ ਡੈਸ਼ ਦਿਸ ਸਿੰਸ, ਅਤੇ ਉਹ ਹੁਣ ਤੱਕ ਵੀ ਇਹੀ ਚੀਜ਼ ਕਰ ਰਿਹਾ, ਮਤਲਬ ਕਿ ਉਹਨੇ 7 ਸਾਲਾਂ ਤੋਂ ਇਹ ਇੰਜਨ ਨੰਬਰ ਰਾਈਟਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਉਹ ਹੁਣ ਤੱਕ ਉਹ ਇਹ ਕੰਮ ਕਰ ਰਿਹਾ ਹੈ, ਠੀਕ ਹੈ। ਅਤੇ ਜਦੋਂ ਸਾਡਾ ਇਹੋ ਜਿਹਾ ਕੋਈ ਐਕਸ਼ਨ ਹੁੰਦਾ ਜੋ ਪਾਸਟ ਸ਼ੁਰੂ ਹੋ ਕੇ ਫਿਰ ਕੰਟੀਨਿਊ ਹੁੰਦਾ ਅਤੇ ਐਟ ਪ੍ਰੈਜ਼ੈਂਟ ਵੀ ਚੱਲ ਰਿਹਾ, ਅਤੇ ਉੱਥੇ ਆਪਾਂ ਕਿਹੜਾ ਟੈਂਸ ਲਗਾਉਂਦੇ ਹਾਂ, ਪ੍ਰੈਜ਼ੈਂਟ ਪਰਫੈਕਟ ਟੈਂਸ। ਹੀ ਹੈਜ਼ ਬੀਨ ਡੂਇੰਗ, ਇੱਥੋਂ ਸਿੰਸ ਜਾਂ ਫੋਰ ਤੋਂ ਸਾਨੂੰ ਪਤਾ ਚੱਲ ਜਾਂਦਾ ਕਿ ਪਰਫੈਕਟ ਕੰਟੀਨਿਊਸ ਟੈਂਸ ਲੱਗਣਾ ਹੈ। ਇਹ ਗੱਲ ਥੋੜ੍ਹਾ ਧਿਆਨ ਰੱਖਣਾ, ਬਟ ਇਹ ਜ਼ਰੂਰੀ ਨਹੀਂ ਹੈ ਕਿ ਹਰ ਵਾਰੀ ਲੱਗੇ। ਮੋਸਟ ਆਫ ਦਾ ਟਾਈਮਸ 90% ਚਾਂਸ ਹੁੰਦੇ ਆ ਕਿ ਤੁਹਾਡਾ ਇੱਥੇ ਪਰਫੈਕਟ ਕੰਟੀਨਿਊਸ ਟੈਂਸ ਲੱਗੇਗਾ, ਚਾਹੇ ਉਹ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੋਏ, ਚਾਹੇ ਪਾਸਟ ਪਰਫੈਕਟ ਹੋਏ, ਚਾਹੇ ਫਿਊਚਰ ਪਰਫੈਕਟ ਹੋਏ। ਹੁਣ ਇਹ ਤੁਸੀਂ ਸੈਂਟੈਂਸ ਦਾ ਮੀਨਿੰਗ ਦੇਖ ਕੇ ਦੱਸੋਗੇ ਕਿ ਕਿਹੜਾ ਲੱਗੇਗਾ, ਪ੍ਰੈਜ਼ੈਂਟ ਲੱਗੇਗਾ, ਪਾਸਟ ਲੱਗੇਗਾ ਕਿ ਫਿਊਚਰ ਲੱਗੇਗਾ, ਠੀਕ ਹੈ। ਹੁਣ ਮੈਨੂੰ ਇੱਥੋਂ ਤਾਂ ਪਤਾ ਚੱਲਿਆ ਕਿਉਂਕਿ ਇੱਥੇ ਵਾਜ਼ ਸੀ, ਮੈਨੂੰ ਪਤਾ ਚੱਲ ਗਿਆ ਕਿ ਉਹ ਪੁਰਾਣੇ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰ ਰਹੇ ਹੈ, ਠੀਕ ਹੈ। ਅਤੇ ਜੇ ਸਾਡਾ ਐਕਸ਼ਨ ਹੁਣ ਵੀ ਚੱਲ ਰਿਹਾ ਹੈ ਅਤੇ ਉੱਥੇ ਪ੍ਰੈਜ਼ੈਂਟ ਪਰਫੈਕਟ ਲੱਗਦਾ ਹੈ। ਅਤੇ ਜੇ ਸਾਡਾ ਕੰਮ ਪਾਸਟ 'ਚ ਖਤਮ ਹੋ ਚੁੱਕਾ ਹੋਏ, ਮਤਲਬ ਅਗਰ ਉਹਦੀ ਹੈਬਿਟ ਸੀ ਇੰਜਨ ਨੰਬਰ ਵਾਲੀ, ਜੇ ਉਹ ਪਾਸਟ 'ਚ ਖਤਮ ਹੋ ਜਾਂਦੀ, ਮਤਲਬ 7 ਸਾਲਾਂ ਤੋਂ ਸ਼ੁਰੂ ਹੋ ਕੇ ਪਾਸਟ 'ਚ ਖਤਮ ਹੋ ਜਾਂਦੀ, ਫਿਰ ਆਪਾਂ ਇੱਥੇ ਪਾਸਟ ਪਰਫੈਕਟ ਲਗਾਉਣਾ ਸੀ, ਠੀਕ ਹੈ। ਦੇਖੋ ਹੁਣ ਨੈਕਸਟ ਲਾਈਨ, ਬਾਏ ਦ ਟਾਈਮ ਹੀ ਲੈਫਟ ਸਕੂਲ, ਬਾਏ ਦਾ ਟਾਈਮ ਆ ਗਿਆ ਸਭ ਤੋਂ ਪਹਿਲੇ ਤਾਂ। ਬਾਏ ਦਾ ਟਾਈਮ ਦੀ ਜਗ੍ਹਾ ਆਪਾਂ ਵੈਨ ਲਿਖ ਸਕਦੇ ਹਾਂ, ਤੁਸੀਂ ਇੱਦਾਂ ਪੜ੍ਹ ਕੇ ਦੇਖੋ ਹੁਣ। ਵੈਨ ਹੀ ਲੈਫਟ ਸਕੂਲ ਹੀ ਡੈਸ਼ ਓਵਰ 5000 ਡਿਫਰੈਂਟ ਇੰਜਨ ਨੰਬਰਸ ਫਰੋਮ ਆਲ ਓਵਰ ਦਾ ਵਰਲਡ, ਕਿ ਹੁਣ ਉਹ ਜਦੋਂ ਸਕੂਲ ਵਿੱਚੋਂ ਨਿਕਲਿਆ, ਠੀਕ ਹੈ, ਉਦੋਂ ਤੱਕ ਉਹ ਮਤਲਬ ਕਾਫੀ, ਤੁਸੀਂ 16-17 ਈਅਰਸ ਦੇ ਹੋ ਜਾਂਦੇ ਉਦੋਂ ਸਕੂਲ ਤੋਂ ਨਿਕਲਦੇ ਹੋ, ਅਤੇ ਉਹ ਕਾਫੀ ਜਗ੍ਹਾ ਤੱਕ ਘੁੰਮ ਚੁੱਕਾ ਸੀ। ਅਤੇ ਉਹਨੇ ਮਤਲਬ ਪੂਰੇ ਵਰਲਡ ਤੋਂ, ਪੂਰੀ ਜਿੰਨਾ ਉਹ ਘੁੰਮਿਆ ਉਦੋਂ ਤੱਕ ਸਕੂਲ ਤੋਂ, ਜਦੋਂ ਸਕੂਲ ਤੋਂ ਨਿਕਲਿਆ ਉਹ 5000 ਅਲੱਗ-ਅਲੱਗ ਇੰਜਨ ਨੰਬਰ ਇਕੱਠੇ ਕਰ ਚੁੱਕਾ ਸੀ, ਠੀਕ ਹੈ। ਕਰ ਚੁੱਕਾ ਸੀ ਨਾ, ਚੁੱਕਾ ਸੀ ਜਿੱਥੇ ਆਉਂਦਾ ਉੱਥੇ ਆਪਾਂ ਕੀ ਲਗਾਉਂਦੇ ਹਾਂ, ਪਾਸਟ ਪਰਫੈਕਟ ਸੀ। ਹੀ
हैड कलैक्टेड। नाले एक ਆਪਾਂ ਇਹ ਵੀ ਪੜ੍ਹਿਆ ਸੀ ਕਿ ਜਦੋਂ ਬਾਏ ਦਾ ਟਾਈਮ ਆਏਗਾ ਤੇ ਵਰਬ ਦੀ ਸੈਕੰਡ ਫਾਰਮ ਆਏਗੀ, ਉੱਥੇ ਆਪਾਂ ਪਾਸਟ ਪਰਫੈਕਟ ਟੈਂਸ ਲਗਾਉਂਦੇ ਹਾਂ। ਇਹ ਕੱਲ੍ਹ ਆਪਾਂ ਰੂਲ ਵੀ ਕੀਤਾ ਹੈ। ਭਾਵੇਂ ਤੁਸੀਂ ਇਹਨੂੰ ਟਰਾਂਸਲੇਟ ਕਰਕੇ ਦੇਖ ਲਓ, ਭਾਵੇਂ ਤੁਸੀਂ ਰੂਲ ਯਾਦ ਕਰ ਲਓ। ਮੈਂ ਤੁਹਾਨੂੰ ਦੋਨੋਂ ਚੀਜ਼ਾਂ ਸਿਖਾਤੀਆਂ। ਜੇ ਤੁਹਾਨੂੰ ਰੂਲਸ ਨਾਲ ਸਮਝ ਆਉਂਦਾ ਤੇ ਰੂਲਸ ਨਾਲ ਯਾਦ ਕਰੋ, ਜੇ ਤੁਹਾਨੂੰ ਟਰਾਂਸਲੇਟ ਕਰਕੇ ਸਮਝ ਆਉਂਦਾ ਟਰਾਂਸਲੇਟ ਕਰਕੇ ਵਰਬ ਲਗਾਓ। ਠੀਕ ਹੈ, ਤੁਹਾਡੀ ਵਿਸ਼ ਹੈ, ਹਰ ਕਿਸੇ ਦੀ ਆਪਣੀ ਚੋਇਸ ਹੈ। ਠੀਕ ਹੈ, ਓਕੇ। ਹੁਣ ਨੈਕਸਟ ਦੇਖੋ, ਐਟ ਵਨ ਟਾਈਮ। ਦੇਖੋ ਹੁਣ ਐਟ ਵਨ ਟਾਈਮ ਆ ਗਿਆ। ਜਿਵੇਂ ਆਪਾਂ ਛੋਟੇ ਹੁੰਦੇ ਸਟੋਰੀਜ਼ ਕਰਦੇ ਸੀ ਕਿ ਜਿਵੇਂ ਵਨਸ ਅਪੋਨ ਅ ਟਾਈਮ, ਕਿ ਇੱਕ ਟਾਈਮ ਦੀ ਗੱਲ ਹੈ, ਇੱਦਾਂ ਹੀ ਇਹ ਲਿਖਿਆ ਹੋਇਆ ਕਿ ਇੱਕ ਟਾਈਮ ਦੀ ਗੱਲ ਸੀ। ਠੀਕ ਹੈ, ਮਤਲਬ ਪੁਰਾਣੀ, ਤੁਸੀਂ ਕਿਸ ਨੂੰ ਆਪਣਾ ਕੋਈ ਸਟੋਰੀ ਸੁਣਾ ਰਹੇ ਹੋ ਜਾਂ ਕੋਈ ਆਪਣਾ ਕਿੱਸਾ ਸੁਣਾ ਰਹੇ ਹੋ ਬਚਪਨ ਦਾ, ਐਟ ਵਨ ਟਾਈਮ। ਠੀਕ ਹੈ, ਐਟ ਵਨ ਟਾਈਮ। ਹੁਣ ਪਾਸਟ ਸ਼ੁਰੂ ਹੋ ਗਿਆ। ਇਹ ਕਿੱਥੋਂ ਪਤਾ ਚੱਲਿਆ? ਐਟ ਵਨ ਟਾਈਮ ਤੋਂ, ਕਿ ਇੱਕ ਟਾਈਮ ਦੀ ਗੱਲ ਹੈ। ਐਟ ਵਨ ਟਾਈਮ ਵਾਈਲ ਹੀ ਡੈਸ਼ ਐਟ ਅ ਸਟੇਸ਼ਨ। ਇੱਕ ਦਿਨ ਦੀ ਗੱਲ ਹੈ, ਉਹ ਸਟੇਸ਼ਨ 'ਤੇ ਖੜ੍ਹਾ ਹੋਇਆ ਸੀ। ਹੀ ਡੈਸ਼ ਸਮਥਿੰਗ ਵੈਰੀ ਸਟਰੇਂਜ। ਉਹਨੇ ਇੱਕ ਬੜੀ ਅਜੀਬ ਜਿਹੀ ਚੀਜ਼ ਦੇਖੀ। ਹੀ ਸੌ ਵਾਈਲ ਹੀ ਵਾਜ਼ ਸਟੈਂਡਿੰਗ। ਜਦੋਂ ਉਹ ਉੱਥੇ ਖੜ੍ਹਾ ਹੋਇਆ ਸੀ। ਠੀਕ ਹੈ, ਖੜ੍ਹਾ ਹੋਇਆ ਸੀ ਨਾ, ਮਤਲਬ ਪ੍ਰੋਗਰੈਸ ਵਿੱਚ ਚੱਲ ਰਿਹਾ, ਉੱਥੇ ਖੜ੍ਹਾ ਹੋਇਆ ਉਹ। ਠੀਕ ਹੈ, ਅਤੇ ਗੱਲ ਵੀ ਪਾਸਟ ਦੀ ਹੋ ਰਹੀ ਹੈ ਅਤੇ ਪਾਸਟ ਕੰਟੀਨਿਊਸ ਟੈਂਸ। ਵਾਈਲ ਹੀ ਵਾਜ਼ ਸਟੈਂਡਿੰਗ ਐਟ ਅ ਸਟੇਸ਼ਨ ਹੀ ਸੌ। ਉਹਨੇ ਇੱਕ ਬੜੀ ਅਜੀਬ ਚੀਜ਼ ਦੇਖੀ, ਵੈਰੀ ਸਟਰੇਂਜ ਚੀਜ਼ ਦੇਖੀ ਉਹਨੇ, ਕੋਈ ਬੜੀ ਅਜੀਬ ਚੀਜ਼ ਦੇਖੀ। ਹੀ ਡੈਸ਼ ਫॉर ਅ ਟ੍ਰੇਨ ਫॉर ਐਨ ਆਵਰ ਵੈਨ ਹੀ ਸਡਨਲੀ ਐਨ ਓਲਡ ਸਟ੍ਰੀਮ ਲੋਕੋਮੋਟਿਵ ਕਮਿੰਗ ਡਾਊਨ ਦ ਟਰੈਕਸ। ਉਹ ਉੱਥੇ 1 ਘੰਟੇ ਤੋਂ ਵੇਟ ਕਰ ਰਿਹਾ ਸੀ। 1 ਘੰਟੇ ਤੋਂ, ਮਤਲਬ ਪਾਸਟ ਵਿੱਚ ਹੀ ਗੱਲ ਸ਼ੁਰੂ ਹੋ ਕੇ 1 ਘੰਟਾ ਚੱਲੀ ਅਤੇ ਪਾਸਟ ਵਿੱਚ ਹੀ ਖਤਮ ਹੋ ਗਈ। ਕੀ ਆਏਗਾ? ਪਾਸਟ ਪਰਫੈਕਟ ਕੰਟੀਨਿਊਸ। ਹੀ ਹੈਡ ਬੀਨ ਵੇਟਿੰਗ। ਫੋਰ ਆ ਗਿਆ, ਅਤੇ ਮੈਂ ਤੁਹਾਨੂੰ ਹੁਣੇ ਦੱਸਿਆ ਫੋਰ ਜਾਂ ਸਿੰਸ ਆਏਗਾ ਅਤੇ ਉੱਥੇ 90% ਚਾਂਸ ਹੈ ਕਿ ਪਰਫੈਕਟ ਕੰਟੀਨਿਊਸ ਟੈਂਸ ਲੱਗਣਾ ਹੈ। ਇੱਥੇ ਵੀ ਫੋਰ ਆ ਗਿਆ ਅਤੇ ਹੁਣ ਪਾਸਟ ਦੀ ਗੱਲ ਹੋ ਰਹੀ ਹੈ ਅਤੇ ਪਾਸਟ ਪਰਫੈਕਟ ਕੰਟੀਨਿਊਸ। ਹੀ ਹੈਡ ਬੀਨ ਵੇਟਿੰਗ ਫॉर ਅ ਟ੍ਰੇਨ ਫॉर ਐਨ ਆਵਰ। 1 ਘੰਟੇ ਤੋਂ ਵੇਟ ਕਰ ਰਿਹਾ ਸੀ ਉੱਥੇ ਖੜ੍ਹਾ ਹੋ ਕੇ, ਅਤੇ ਸਡਨਲੀ ਅਚਾਨਕ ਉਹਨੇ ਕੀ ਦੇਖਿਆ? ਇੱਕ ਬਹੁਤ ਪੁਰਾਣਾ ਸਟੀਮ ਲੋਕੋਮੋਟਿਵ ਹੁੰਦੀ ਹੈ ਟ੍ਰੇਨਸ, ਕਿ ਪਹਿਲੇ ਜਿਵੇਂ ਸਟੀਮ ਇੰਜਨ ਚੱਲਦੇ ਸੀ ਨਾ ਪੁਰਾਣੇ ਜ਼ਮਾਨੇ 'ਚ। ਉਹ ਦੇਖਦਾ ਕਿ ਅਚਾਨਕ ਹੀ ਉਹ ਆ ਰਹੀ ਹੈ ਉੱਥੋਂ ਟਰੈਕਸ ਦੇ ਉੱਤੇ, ਉਹ ਚੱਲ ਕੇ ਆ ਰਹੀ ਹੈ। ਵਾਈਲ ਹੀ ਸਡਨਲੀ ਸੌ ਐਨ ਓਲਡ ਸਟੀਮ ਲੋਕੋਮੋਟਿਵ ਕਮਿੰਗ ਡਾਊਨ ਦ ਟਰੈਕਸ। ਠੀਕ ਹੈ, ਫਿਰ ਅੱਗੇ ਕੀ ਹੋਇਆ ਸਟੋਰੀ 'ਚ? ਇਟ ਡੈਸ਼ ਐਟ ਦ ਸਟੇਸ਼ਨ। ਨੋਟ ਸਟੋਪ ਦੀ ਫਾਰਮ ਭਰਨੀ ਹੈ। ਇਟ ਡੈਸ਼ ਐਟ ਦ ਸਟੇਸ਼ਨ ਐਂਡ ਵੈਨ ਇਟ ਡੈਸ਼ ਹਰਬੀ ਸੌ ਹਲੇ ਵੀ ਪਾਸਟ ਹੀ ਚੱਲ ਰਿਹਾ, that all the passengers dash old fashioned clothes। ਠੀਕ ਹੈ, ਹੁਣ ਦੇਖੋ ਸੌ ਉਹਨਾਂ ਨੇ ਇੱਕ ਭਰਤੀ ਹੈ, ਦਾ ਮਤਲਬ ਉਹ ਪਾਸਟ ਦੀ ਗੱਲ ਕਰ ਰਹੇ ਹੈ। ਠੀਕ ਹੈ, ਅਤੇ ਤੁਸੀਂ ਹੁਣ ਸਾਰੀ ਪਾਸਟ ਦੀ ਫਾਰਮਸ ਭਰਨੀ ਹੈ ਇੱਥੇ। ਇਟ ਕੀ ਆਏਗਾ? ਦੇਖੋ ਜਦੋਂ ਆਪਾਂ ਇੱਥੇ ਨੈਗੇਟਿਵ ਪੜ੍ਹਨਾ ਹੈ ਅਤੇ ਇੱਥੇ ਕੀ ਲੱਗੋਗੇ? ਡੂ ਜਾਂ ਡਜ਼ ਤਾਂ ਲਗਾਓਗੇ ਨਹੀਂ, ਕਿਉਂਕਿ ਡੂ ਡਜ਼ ਕੀ ਹੁੰਦਾ, ਸਾਡੀ ਪ੍ਰੈਜ਼ੈਂਟ ਦੀ ਫਾਰਮਸ ਹੁੰਦੀਆਂ, ਅਤੇ ਤੁਸੀਂ ਇੱਥੇ ਕੀ ਲਗਾਓਗੇ? ਡੂ ਦੀ ਸੈਕਿੰਡ ਫਾਰਮ। ਇਟ ਡਿਡ ਨੋਟ ਸਟੋਪ। ਠੀਕ ਹੈ, ਇਟ ਡਿਡ ਨੋਟ ਸਟੋਪ, ਕਿਉਂਕਿ ਡਿਡ ਕੀ ਹੈ? ਪਾਸਟ ਦੀ ਫਾਰਮ ਹੈ, ਅਤੇ ਸਾਡਾ ਸੈਂਟੈਂਸ ਪਾਸਟ ਵਿੱਚ ਚੱਲ ਰਿਹਾ, ਇਸ ਕਰਕੇ ਅਸੀਂ ਡਿਡ ਨੋਟ ਲਗਾਇਆ ਹੈ। ਇਟ ਡਿਡ ਨੋਟ ਸਟੋਪ। ਅਤੇ ਜਦੋਂ ਵੀ ਡਿਡ ਲੱਗੇਗਾ, ਮੈਂ ਇੱਕ ਲੈਕਚਰ ਵਿੱਚ ਦੱਸਿਆ ਸੀ ਕਿ ਜਦੋਂ ਡਿਡ ਲੱਗ ਜਾਏਗਾ, ਜਿਹੜਾ ਸਾਡਾ ਸਟੋਪ ਹੈ ਉਹ ਸਾਡੀ ਇੱਥੇ ਵਰਬ ਦੀ ਫਸਟ ਫਾਰਮ ਆਉਂਦੀ ਹੈ। ਕਦੀ ਵੀ ਇੱਥੇ ਡਿਡ ਨੋਟ ਲਗਾ ਕੇ ਇੱਥੇ ਸਟੋਪਡ ਨਹੀਂ ਲਗਾ ਦੇਣਾ, ਦੈਟ ਇਜ਼ ਰੋਂਗ। ਮਤਲਬ ਜਿਹੜੀ ਇਹਦੀ ਵਰਬ ਦੀ ਸੈਕਿੰਡ ਫਾਰਮ ਆਪਾਂ ਲੈਣੀ ਸੀ, ਉਹ ਡਿਡ ਨੇ ਲੈ ਲਈ ਹੋਈ ਹੈ। ਡਿਡ ਨੋਟ ਸਟੋਪ ਐਟ ਦ ਸਟੇਸ਼ਨ ਐਂਡ ਵੈਨ ਇਟ ਪਾਸਡ ਹਰਬੀ। ਠੀਕ ਹੈ, ਐਂਡ ਵੈਨ ਇਟ ਪਾਸਡ ਹਰਬੀ saw that all the passengers were wearing। ਉਹਨਾਂ ਨੇ ਪੁਰਾਣੇ ਤਰ੍ਹਾਂ ਦੇ ਕੱਪੜੇ ਪਾਏ ਹੋਏ ਸੀ। they were wearing old fashioned clothes। ਠੀਕ ਹੈ, ਫਿਰ ਉਹ ਕੀ ਕਰਦਾ? ਹੀ ਟੋਲਡ। ਹਲੇ ਵੀ ਦੇਖੋ ਵਰਬ ਦੀ ਸੈਕਿੰਡ ਫਾਰਮ ਚੱਲ ਰਹੀ ਹੈ, ਦਾ ਮਤਲਬ ਇਹ ਵੀ ਸੈਂਟੈਂਸ ਪਾਸਟ 'ਚ ਚੱਲੇਗਾ, ਸਾਰੇ ਪਾਸਟ ਦੇ ਵਰਬਸ ਲੱਗਣਗੀਆਂ। ਹੀ ਟੋਲਡ ਦਾ ਸਟੇਸ਼ਨ ਮੈਨੇਜਰ। ਉਹਨੇ ਸਟੇਸ਼ਨ ਦੇ ਮੈਨੇਜਰ ਨੂੰ ਜਾ ਕੇ ਦੱਸਿਆ ਇਹਦੇ ਬਾਰੇ ਕਿ ਮੈਂ ਹੁਣੇ ਇੱਕ ਪੁਰਾਣਾ ਲੋਕੋਮੋਟਿਵ ਦੇਖਿਆ ਹੈ, ਪੁਰਾਣੀ ਸਟੀਮ ਟ੍ਰੇਨ ਦੇਖੀ ਹੈ। ਪਰ ਮੈਨੇਜਰ ਨੇ ਕੀ ਕਿਹਾ? ਬਟ ਦ ਮੈਨੇਜਰ ਸੈਡ ਦੈਟ ਨੋ ਸਟੀਮ ਲੋਕੋਮੋਟਿਵ ਡੈਸ਼ ਥਰੂ ਦ ਸਟੇਸ਼ਨ ਫॉर ਈਅਰਸ। ਕਿ ਕਦੀ ਬਹੁਤ ਟਾਈਮ ਹੋ ਗਿਆ ਕਿ ਕਦੀ ਇੱਥੋਂ ਕੋਈ ਸਟੀਮ ਇੰਜਨ ਗੁਜ਼ਰਿਆ ਹੀ ਨਹੀਂ। ਠੀਕ ਹੈ, ਹੀ ਟੋਲਡ ਦ ਸਟੇਸ਼ਨ ਮੈਨੇਜਰ ਅਬਾਊਟ ਦਿਸ ਬਟ ਦ ਮੈਨੇਜਰ ਸੈਡ ਦੈਟ ਨੋ ਸਟੀਮ ਲੋਕੋਮੋਟਿਵ ਹੈਡ ਪਾਸਡ। ਕਦੀ ਨਿਕਲਿਆ ਹੀ ਨਹੀਂ।
देखो हुण इत्थे भी 4 है बट इत्थे कंटीन्यूस वाली चीज़ नहीं बन रही। तुसीं पढ़ के देखो सेंटेंस एक बारी, उन्होंने कहा होया कि मैनेजर ने कहा कि इत्थों कदी गुजरी ही नहीं, बड़े सालों तो इत्थों कोई ट्रेन गुजरी ही नहीं। कुछ गल कंटीन्यूस तो नहीं चल रही ना, इस करके फॉर या सिंस देख के सीधा परफेक्ट कंटीन्यूस आप नहीं लगाना, आप सेंटेंस का मीनिंग समझना है। ठीक है, दैट नो स्टीम लोकोमोटिव हैड पास्ड थ्रू द स्टेशन फॉर ईयर्स, बड़े सालों तो इत्थों कोई स्टीम लोकोमोटिव नहीं गुजरिया। एंड द लास्ट वन, तो जिहड़ा गुजरिया सी ਉਹ क्रैश हो गया सी ਤੇ ਸਭ ਨੂੰ ਉਹਨੇ ਮਾਰ ਦਿੱਤਾ ਸੀ, ਜਿੰਨੇ ਟ੍ਰੇਨ ਵਿੱਚ ਬੰਦੇ ਸੀ ਉਹ ਸਭ ਮਰ ਗਏ ਸੀ। ਐਂਡ ਦੈਟ ਦ ਲਾਸਟ ਵਨ हैड crashed killing everyone on the board, past perfect tense। कोई भी प्रॉब्लम आई है, नो इशूज़, जस्ट मैंशन द कॉमेंट्स, आई विल डेफिनेटली क्लीयर योर डाउट इन माई नैक्सट वीडियो। ओके, ਸੇ प्लीज़ एक मैनू होर ਜ਼ਰੂਰ ਦੱਸਣਾ कि तुसी नैक्सट टॉपिक ਕਿਹੜਾ करना चाहते हो, ताकि मैनू भी पता चले कि तुहानू किहड़े चैप्टर विच प्रॉब्लम आ रही है। ठीक है, सो आई विल बी वेटिंग फॉर योर रिप्लाइज। हैव अ गुड डे, हैव अ नाइस डे, थैंक यू सो मच।